ਅੱਜ ਦਾ ਰਾਈਟਿੰਗ ਦਾ ਟਾਸਕ ਦੇਖਿਓ ਸੀਗਾ ਕਿ ਪੀਪਲ ਨਾਊਡੇਜ਼ ਕੰਸੀਡਰ ਕੁਕਿੰਗ ਫੂਡ ਐਜ਼ ਅ ਵੇਸਟ ਆਫ ਟਾਈਮ ਬਿਕੋਜ਼ ਫਾਸਟ ਫੂਡ ਇਜ਼ ਮਚ ਪਪੂਲਰ। ਇਜ਼ ਇਟ ਗੁੱਡ ਫॉर ਹੈਲਥ? what should be done to cure it? Okay, so this is the task today ਕਿ ਵੀ ਅੱਜ ਕੱਲ੍ਹ ਦੇ ਲੋਕੀ ਨੇ ਜਿਹੜੇ ਉਹ ਕੁਕਿੰਗ ਕਰਨ ਨੂੰ ਵੇਸਟ ਸਮਝਦੇ ਟਾਈਮ ਦਾ, ਤੇ ਬਿਕੋਜ਼ ਫਾਸਟ ਫੂਡ ਇਜ਼ ਮਚ ਪਪੂਲਰ, ਤੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਫਾਸਟ ਫੂਡ ਆ ਉਹ ਵੱਧ ਪਪੂਲਰ ਆ। ਜਿਹੜੇ ਦੋ ਸਿਨੈਰੀਓ ਨੇ, ਕੁਕਿੰਗ ਕਰਨ ਨੂੰ ਵੇਸਟ ਸਮਝਦੇ, ਕੁਕਿੰਗ ਕਰਨ ਨੂੰ ਵੇਸਟ ਸਮਝਦੇ ਆ, ਤੇ ਕਹਿੰਦੇ ਕਿ ਜਿਹੜਾ ਫਾਸਟ ਫੂਡ ਆ ਵੀ ਉਹ ਮੱਚ ਪਪੂਲਰ ਆ। ਹੁਣ ਉਸ ਤੋਂ ਬਾਅਦ ਉਹਨਾਂ ਨੇ ਦੋ ਕੁਐਸਚਨ ਪੁੱਛਿਆ, ਕਹਿੰਦੇ ਇਜ਼ ਇਟ ਗੁੱਡ ਫॉर ਹੈਲਥ? ਵਾਟ ਸ਼ੁੱਡ ਬੀ ਡਨ ਟੂ ਕਿਉਰ ਇਟ? ਕਹਿੰਦੇ ਕਿ ਜਿਹੜਾ ਸਾਰੇ ਦਾ ਸਾਰਾ ਹੈਗਾ ਕਿ ਜਿਹੜਾ ਫਾਸਟ ਫੂਡ ਮੱਚ ਪਪੂਲਰ ਆ, ਫਾਸਟ ਫੂਡ ਗੁੱਡ ਆ ਹੈਲਥ ਦੇ ਲਈ। ਪੂਰੇ ਦੀ ਪੂਰੀ ਜਿਹੜੀ ਪ੍ਰੈਕਟਿਸ ਹੋ ਰਹੀ ਆ, ਜਿਹੜੀ ਸਾਰੀ ਟੋਟਲ ਗੱਲ ਹੋ ਰਹੀ ਆ, ਕੀ ਤੁਹਾਨੂੰ ਲੱਗਦਾ ਵੀ ਗੁੱਡ ਆ, ਹੈਲਥ ਦੇ ਲਈ ਚੰਗੀ ਆ ਫਾਸਟ ਫੂਡ ਖਾਣਾ ਸਾਡਾ? ਤੇ ਇੱਕ ਉਹਨਾਂ ਨੇ ਹੋਰ ਚੀਜ਼ ਪੁੱਛੀ ਕਿ ਵਾਟ ਸ਼ੁੱਡ ਬੀ ਡਨ ਟੂ ਕਿਉਰ ਇਟ? ਕੀ ਕੀਤਾ ਜਾਵੇ ਤਾਂ ਜੋ ਸਾਰਾ ਕੁਝ ਠੀਕ ਹੋ ਜਾਵੇ। ਹੁਣ ਆਪਾਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਬਣਾਵਾਂਗੇ, ਤੇ ਇੰਟਰੋਡਕਸ਼ਨ ਦੇ ਵਿੱਚ ਲਿਖਾਂਗੇ ਜਿਹੜੀਆਂ ਸਾਡੀਆਂ ਉੱਪਰਲੀਆਂ ਦੋ ਲਾਈਨਸ ਨੇ। ਸਭ ਤੋਂ ਪਹਿਲਾਂ ਸੁਣੋ, ਉੱਪਰਲੀਆਂ ਜਿਹੜੀਆਂ ਦੋ ਲਾਈਨਸ ਨੇ ਉਹ ਫਾਲਸ ਸਟੇਟਮੈਂਟ ਆ, ਸਾਨੂੰ ਫਾਲਤੂ 'ਚ ਦਿੱਤੀ ਹੋਊਗੀ, ਸਾਨੂੰ ਸਿਰਫ ਕਨਫਿਊਜ਼ ਕਰਨ ਲਈ, ਟਾਸਕ ਤੋਂ ਭਟਕਾਉਣ ਲਈ। ਮੇਨ ਜਿਹੜੀ ਗੱਲ ਹੋਊਗੀ ਉਹ ਮੇਨ ਆਪਾਂ ਲਿਖਣੇ ਆ ਆਨਸਰਾਂ ਦੇ ਕੁਐਸਚਨ, ਠੀਕ ਆ, ਕੁਐਸਚਨਾਂ ਦੇ ਆਨਸਰ ਲਿਖਣੇ ਜਿਹੜੇ ਸਾਨੂੰ ਕੁਐਸਚਨ ਗਿਵਨ ਹੋਣਗੇ ਬੋਡੀ ਪੈਰਾਗ੍ਰਾਫ 'ਚ। ਦੇਖਿਓ ਸਭ ਤੋਂ ਪਹਿਲੇ ਨੰਬਰ ਉੱਤੇ ਤਾਂ ਆਪਾਂ ਜਿਹੜੀ ਇੰਟਰੋਡਕਸ਼ਨ ਬਣਾਵਾਂਗੇ ਕਿੱਦਾਂ ਬਣਾਵਾਂਗੇ ਕਿ ਇਟ ਇਜ਼ ਅਨਡੀਨਾਏਬਲ ਫੈਕਟ ਦੈਟ ਨਾਊਡੇਜ਼ each and every person is having a hectic schedule, so that is the reason that they don't prefer to cook food. As a result, fast food is becoming much popular in each and every person. I personally believe that it is having adverse effect and detrimental effect on their body, which can be solved by some various methods which will be explained in the upcoming paragraphs. ਹੁਣ ਮੈਂ ਇਹਦੀ ਪੰਜਾਬੀ ਦੱਸਦਾ ਕਿ ਇਹ ਇੱਕ ਅਨਡੀਨਾਏਬਲ ਫੈਕਟ ਆ, ਠੀਕ ਆ, ਨਿਰਵਿਵਾਦਿਕ ਫੈਕਟ ਆ ਇਹ ਕਿ ਹਰੇਕ ਬੰਦਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਬਿਜੀ ਆਪਣੇ ਕੰਮ 'ਚ ਇੰਨਾ ਜ਼ਿਆਦਾ ਬਿਜੀ ਹੋਣ ਦੇ ਕਰਕੇ ਹਰੇਕ ਬੰਦੇ ਦੇ ਉਹਨਾਂ ਕੋਲ ਕੁਕਿੰਗ ਕਰਨ ਦਾ ਟਾਈਮ ਨਹੀਂ ਹੈ। ਹੁਣ ਕੁਕਿੰਗ ਕਰਦਾ ਨਹੀਂ ਬੰਦਾ ਕੋਈ, ਤੇ ਫਾਸਟ ਫੂਡ ਵੱਧ ਖਾਂਦੇ ਆ, ਤੇ ਫਾਸਟ ਫੂਡ ਵੱਧ ਖਾਣ ਦੇ ਨਾਲ ਮੈਂ ਸੋਚਦਾ ਕਿ ਉਹਨਾਂ ਦੇ ਜਿਹੜਾ ਫਾਸਟ ਫੂਡ ਵੱਧ ਖਾਣ ਦੇ ਨਾਲ ਹੈਲਥ ਦੇ ਉੱਤੇ ਕਾਫੀ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ, ਤੇ ਉਹਨਾਂ ਨੂੰ ਲੋਟ ਕਰਨ ਦੇ ਲਈ ਜੋ ਵੀ ਵਿਧੀਆਂ ਨੇ ਉਹ ਅਗਲੇ ਪੈਰੇ 'ਚ ਦਿੱਤੀਆਂ ਗਈਆਂ ਹੋਣਗੀਆਂ, ਠੀਕ ਆ। ਇਹ ਇੰਟਰੋਡਕਸ਼ਨ ਆਪਣੀ। ਹੁਣ ਉਹ ਤੋਂ ਬਾਅਦ ਜਿਹੜਾ ਫਸਟ BP ਬੋਡੀ ਪੈਰਾਗ੍ਰਾਫ 1 ਜਿਹੜਾ ਸਾਡਾ ਬਣੂ ਉਹ 'ਚ ਕੀ ਲਿਖਾਂਗੇ ਆਪਾਂ? ਪਹਿਲੇ ਕੁਐਸਚਨ ਦਾ ਆਨਸਰ ਲਿਖਾਂਗੇ। ਜਿਹੜਾ ਪਹਿਲਾ ਕੁਐਸਚਨ ਆ ਸਾਡਾ, ਇਜ਼ ਇਟ ਗੁੱਡ ਫॉर ਹੈਲਥ? ਇਹਦਾ ਆਨਸਰ ਕੀ ਹੋਊਗਾ ਆਪਾਂ ਬਣਾਵਾਂਗੇ। ਫਸਟ ਐਂਡ ਫੋਰਮੋਸਟ, ਐਜ਼ ਪੀਪਲ ਨਾਊਡੇਜ਼ ਵਰਕ ਐਟ ਅ ਹਾਈ ਪੇਸ, ਠੀਕ ਹੈ ਨਾ। ਇਹਦੇ ਵਿੱਚ ਆਪਾਂ ਲਿਖਾਂਗੇ ਕਿ ਫਸਟ ਐਂਡ ਫੋਰਮੋਸਟ, ਐਜ਼ ਪੀਪਲ ਨਾਊਡੇਜ਼ ਆਰ ਹੈਵਿੰਗ ਅ ਲੋਟ ਆਫ ਵਰਕ ਟੂ ਡੂ ਐਂਡ ਵਰਕ ਟੂ ਪਰਫਾਰਮ, ਈਚ ਐਂਡ ਐਵਰੀ ਪਰਸਨ ਡਜ਼ 2 to 3 shifts in their daily life, which makes them busy every time. So as a result they don't get enough time to cook food by themselves at their home. So that is the reason that they always prefer to eat food from outside, and the food which is made outside is always having a lot of ingredients in it which is having harmful effect on the health and life of people, ਠੀਕ ਆ। ਹੁਣ ਮੈਂ ਇਹਨੂੰ ਪੰਜਾਬੀ 'ਚ ਦੱਸਦਾ। ਹਰੇਕ ਬੰਦਾ ਅੱਜ ਦੇ ਟਾਈਮ ਦੇ ਵਿੱਚ 2 ਤੋਂ 3 ਸ਼ਿਫਟਾਂ ਲਾ ਰਿਹਾ ਵਾ। 2 ਤੋਂ 3 ਸ਼ਿਫਟਾਂ ਲਾਉਣ ਦੇ ਕਰਕੇ ਹਰੇਕ ਬੰਦੇ ਦੀ ਲਾਈਫ ਦੇ ਵਿੱਚ ਕੋਈ ਇੰਨਾ ਫਾਲਤੂ ਟਾਈਮ ਨਹੀਂ ਕਿ ਉਹ ਆਪਣੇ ਲਈ ਖਾਣਾ ਬਣਾ ਸਕੇ, ਤੇ ਹਰੇਕ ਬੰਦਾ ਪ੍ਰੈਫਰ ਕਰਦਾ ਕਿ ਬਾਹਰੋਂ ਖਾਧਾ ਜਾਵੇ, ਕਿਉਂਕਿ ਬਾਹਰੋਂ ਖਾਣਾ ਰੁਪਈਆ ਦੇਣਾ ਸਿਰਫ ਆਪਾਂ ਨੂੰ ਖਾਣ ਨੂੰ ਮਿਲ ਜਾਣਾ ਤੇ ਸਵਾਦ ਹੋਊਗਾ। ਬਟ ਅਸਲ 'ਚ ਕੀ ਹੋ ਰਿਹਾ, ਉਹ 'ਚ ਕਾਫੀ ਸਾਰੇ ਐਸੇ ਇੰਗਰੀਡੀਐਂਟਸ ਪਾਏ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਦੀ ਹੈਲਥ ਦੇ ਨਾਲ ਖਿਲਵਾੜ ਹੋ ਰਿਹਾ ਹੈ ਨਾ। ਸੋ ਤੁਸੀਂ ਕਹਿ ਸਕਦੇ ਹੋ, ਸੋ ਦੈਟ ਇਜ਼ ਦ ਰੀਜ਼ਨ ਦੈਟ ਵਾਈ ਫਾਸਟ ਫੂਡ ਇਜ਼ ਨਾਟ ਗੁੱਡ ਫॉर ਦੀ ਹੈਲਥ ਆਫ ਪੀਪਲ। ਸੋ ਆਪਣਾ ਪਹਿਲਾ ਬੋਡੀ ਪੈਰਾਗ੍ਰਾਫ ਬਣਦਾ, ਐਂਡ ਇਨ ਦੀ ਸੈਕਿੰਡ ਬੋਡੀ ਪੈਰਾਗ੍ਰਾਫ ਵੀ ਵਿਲ ਗਿਵ ਦੀ ਆਨਸਰ ਆਫ ਦਾ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਸਾਡੇ ਕੀ ਆ, ਵਾਟ ਸ਼ੁੱਡ ਬੀ ਡਨ ਟੂ ਕਿਉਰ ਇਟ। ਹੁਣ ਕਿਉਰ ਦਾ ਮਤਲਬ ਕੀ ਹੁੰਦਾ? ਕਿਉਰ ਦਾ ਮਤਲਬ ਹੁੰਦਾ
ਕਿਸੇ ਚੀਜ਼ ਦੀ ਰੈਮੇਡੀ ਇਲਾਜ, ਠੀਕ ਹੈ ਨਾ, ਕੀ ਕੀਤਾ ਜਾਵੇ ਤਾਂ ਜੋ ਇਸ ਚੀਜ਼ ਦਾ ਇਲਾਜ ਆ ਜਾਵੇ। ਹੁਣ ਇਲਾਜ ਲਈ ਆਪਾਂ ਕੀ ਕਰਾਂਗੇ, ਸੈਕਿੰਡ ਬਾਡੀ ਪੈਰਾਗ੍ਰਾਫ ਬਣਾਵਾਂਗੇ। ਹੁਣ ਉਹਦਾ ਸੈਕਿੰਡ ਬਾਡੀ ਪੈਰਾਗ੍ਰਾਫ ਦੀ ਸਟਾਰਟਿੰਗ ਹੈ, ਤੁਸੀਂ ਲਿਖ ਸਕਦੇ ਹੋ ਕਿ ਇਨ ਮਾਈ ਪਰਸਪੈਕਟਿਵ ਕਹਿ ਸਕਦੇ ਹੋ, ਠੀਕ ਆ, ਆਪਣੇ ਆਪ ਦੇ ਤੌਰ ਤੇ ਕਹਿ ਸਕਦੇ ਹੋ ਕਿ ਇਨ ਮਾਈ ਓਪੀਨੀਅਨ ਕਹਿ ਸਕਦੇ ਹੋ, ਠੀਕ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਐਜ਼ ਫॉर ਦ ਰੈਮੇਡੀ, ਠੀਕ ਆ, ਐਜ਼ ਫॉर ਦ ਰੈਮੇਡੀ। ਹੁਣ ਇਹਦੀ ਆਪਾਂ ਜੇ ਐਜ਼ ਫॉर ਦ ਰੈਮੇਡੀ ਲੈ ਕੇ ਚੱਲੀਏ, ਰੈਮੇਡੀ ਦਾ ਮਤਲਬ ਹੁੰਦਾ ਇਲਾਜ, ਐਜ਼ ਫॉर ਦ ਰੈਮੇਡੀ ਆਫ ਦਿਸ ਟੈਂਡੈਂਸੀ ਹੁੰਦਾ ਕਿ ਜਿਹੜੀ ਚੀਜ਼ ਪਰਫਾਰਮ ਕੀਤੀ ਜਾ ਰਹੀ ਹੁੰਦੀ ਹੈ ਜਾਂ ਜਿਹੜੀ ਚੀਜ਼ ਹੋ ਰਹੀ ਹੁੰਦੀ ਹੈ, ਪ੍ਰੈਕਟਿਸ ਨੂੰ ਆਪਾਂ ਟੈਂਡੈਂਸੀ ਕਹਿ ਦਿੰਦੇ ਹਾਂ, ਠੀਕ ਹੈ, ਕੋਈ ਚੀਜ਼ ਹੋ ਰਹੀ ਹੁੰਦੀ ਹੈ ਜਦ, ਜੇ ਇੱਕ ਪ੍ਰੋਸੈਸ ਨੂੰ ਆਪਾਂ ਟੈਂਡੈਂਸੀ ਕਹਿ ਦਿੰਦੇ ਹਾਂ, ਠੀਕ ਹੈ। ਐਜ਼ ਫॉर ਦ ਰੈਮੇਡੀ ਆਫ ਦਿਸ ਟੈਂਡੈਂਸੀ ਵੇਰੀਅਸ ਮੈਥਡ ਸ਼ੁੱਡ ਬੀ ਟੇਕਨ, ਠੀਕ ਹੈ ਨਾ, ਜਾਂ ਵੇਰੀਅਸ ਸਟੈਪ ਸ਼ੁੱਡ ਬੀ ਟੇਕਨ। ਫਸਟ ਆਫ ਆਲ each and every person eventually work for their self to eat healthy, to live a healthy life, and if they are not eating the healthy food, then for what they are earning, ठीक है, या then what they are earning for, ठीक है ना। ਆਪਾਂ ਜਿਹੜੀ ਕਹੀ ਆ ਕਿ ਐਂਡ ਦੇ ਵਿੱਚ ਹਰੇਕ ਬੰਦਾ ਕਮਾਉਂਦਾ ਕਾਹਦੇ ਲਈ ਆ, ਵਧੀਆ ਖਾਣ ਲਈ, ਹੈ ਨਾ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ। ਹੁਣ ਜੇ ਉਹ ਕਮਾਈ ਜਾ ਰਹੇ ਨੇ, ਆਪਣੇ ਆਪ ਨੂੰ ਤੰਦਰੁਸਤ ਨਹੀਂ ਰੱਖਦੇ, ਤੇ ਉਹ ਕਮਾ ਕਾਹਦੇ ਲੈ ਰਹੇ ਨੇ। So first of all they should have some time for their self when they can cook, ਠੀਕ ਆ, ਉਹਨਾਂ ਕੋਲ ਕੁਛ ਆਪਣੇ ਲਈ ਸਮਾਂ ਹੋਣਾ ਚਾਹੀਦਾ ਜਿਹੜੇ ਟਾਈਮ ਦੇ ਵਿੱਚ ਉਹ ਕੁਛ ਖਾਣਾ ਬਣਾ ਸਕਣ ਆਪਣੇ ਲਈ, some healthy food. Secondly, if a person is having no time for their self to cook food, then they must order lunch box system, yeah, then they must have lunch box system to eat food. They should not eat always from the outside stalls, ਠੀਕ ਹੈ। ਤੇ ਉਹਨਾਂ ਨੂੰ ਜੇ ਉਹਨਾਂ ਕੋਲ ਜਮਾ ਹੀ ਟਾਈਮ ਹੈ ਨਹੀਂ ਗਾ ਤਾਂ ਉਹਨਾਂ ਨੂੰ ਲੰਚ ਬਾਕਸ ਸਿਸਟਮ ਲਗਾ ਦੇਣਾ ਚਾਹੀਦਾ ਇੰਸਟੈਡ ਆਫ ਬਾਹਰਲੇ ਖਾਣੇ ਨਾਲੋਂ। ਜਿਹੜਾ ਲੰਚ ਬਾਕਸ ਹੋਊਗਾ ਉਹਦੇ ਵਿੱਚ ਕੀ ਹੁੰਦਾ ਕਿ ਬੰਦੇ ਦੇ ਘਰੇ ਆ ਕੇ ਨਾ ਨੋਰਮਲ ਜਿਹੋ ਜਿਹੀ ਘਰਾਂ 'ਚ ਦਾਲ ਸਬਜ਼ੀ ਹੁੰਦੀ ਹੈ ਉਹੋ ਜਿਹਾ ਸਾਰਾ ਸਿਸਟਮ ਹੁੰਦਾ। ਲੰਚ ਬਾਕਸ ਤੁਹਾਨੂੰ ਫੜਾ ਕੇ ਜਾਣਗੇ ਅਤੇ ਤੁਸੀਂ ਉਹ 'ਚੋਂ ਖਾਓਗੇ, ਅਤੇ ਕੀ ਬਾਹਰਲੀਆਂ ਰੇਹੜੀਆਂ ਨਾਲੋਂ ਖਾਣ ਤੋਂ ਵਧੀਆ ਲੰਚ ਬਾਕਸ ਵਾਲਾ ਹੁੰਦਾ। ਤੀਸਰਾ ਨੰਬਰ, ਠੀਕ ਹੈ ਨਾ, ਆਪਾਂ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਵਾਟ ਸ਼ੁੱਡ ਬੀ ਡਨ ਟੂ ਕਿਉਰ ਇਟ। ਤੀਸਰੇ ਨੰਬਰ ਦੇ ਉੱਤੇ ਪੀਪਲ ਸ਼ੁੱਡ ਨਾਟ ਈਟ ਫਾਸਟ ਫੂਡ, ਠੀਕ ਹੈ ਨਾ। ਪਹਿਲਾਂ ਤਾਂ ਆਪਾਂ ਇਹ ਦੱਸਤਾ ਕਿ ਉਹਨਾਂ ਨੂੰ ਘਰ ਦਾ ਖਾਣਾ ਚਾਹੀਦਾ। ਹੁਣ ਆਪਾਂ ਇੱਧਰੋਂ ਘੁਮਾ ਕੇ ਗੱਲ ਕਹਿ ਦੇਣੀ ਹੈ ਕਿ ਪੀਪਲ ਸ਼ੁੱਡ ਨਾਟ ਈਟ ਫਾਸਟ ਫੂਡ ਲਾਈਕ ਬਰਗਰ, ਪੀਜ਼ਾ, ਸਪਰਿੰਗ ਰੋਲਸ ਐਂਡ ਅਦਰਸ ਵਿਚ ਆਰ ਟੋਟਲੀ ਡਿਪਡ ਇਨ ਦੀ ਆਇਲ, ਠੀਕ ਹੈ ਨਾ, ਕਿ ਉਹਨਾਂ ਨੂੰ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਜਿਹੜੇ ਕਿ ਟੋਟਲੀ ਤੇਲ ਦੇ ਵਿੱਚ ਬਣਾਏ ਹੁੰਦੇ ਨੇ, ਠੀਕ ਹੈ ਨਾ। ਬਿਕੋਜ਼ ਬਾਈ ਈਟਿੰਗ ਦੈਟ ਥਿੰਗ people will have bad carbs in their body which will eventually breaks their body, ਠੀਕ ਹੈ ਨਾ, and tore them apart। ਵੀ ਜਿਹੜਾ ਕੀ ਕਰੂਗਾ ਉਹਨਾਂ ਨੂੰ ਐਂਡ ਦੇ ਵਿੱਚ ਤੋੜ ਦੂਗਾ, ਉਹਨਾਂ ਦੀ ਬੋਡੀ ਨੂੰ ਐਨ ਪੂਰਾ ਚੀਰ ਫਾੜ ਦੂ ਅੰਦਰੋਂ, ਉਹਨਾਂ ਦੀ ਬੋਡੀ ਨੂੰ tore them apart, ਠੀਕ ਹੈ। ਸੋ ਹੁਣ ਆਪਣਾ ਉਹਦੇ ਸੈਕਿੰਡ ਬੋਡੀ ਪੈਰਾਗ੍ਰਾਫ ਖਤਮ ਹੋ ਜਾਂਦਾ। ਹੁਣ ਉਸ ਤੋਂ ਬਾਅਦ 'ਚ ਆਪਾਂ ਲਿਖਾਂਗੇ ਰਿਜ਼ਲਟ। ਰਿਜ਼ਲਟ ਲਈ ਆਪਾਂ ਕਰਾਂਗੇ ਕਿ all in all it is evident that fast food is always having detrimental effects on the physical life of each and every person. In each scenario these should be prohibited. If these are eaten oftenly then it is evident that people will have bad effects on their body, ਠੀਕ ਆ। ਮੈਂ ਹੁਣ ਇਹਦੀ ਪੰਜਾਬੀ ਦੱਸਦਾ ਕਿ ਅੰਤ ਵਿੱਚ ਇਹ ਚੀਜ਼ ਸਿੱਧ ਹੁੰਦੀ ਆ ਕਿ ਲੋਕਾਂ ਨੂੰ ਕਿਸੇ ਵੀ ਹਾਲਾਤ 'ਚ ਫਾਸਟ ਫੂਡ ਨਹੀਂ ਖਾਣਾ ਚਾਹੀਦਾ, ਕਿਉਂਕਿ ਫਾਸਟ ਫੂਡ ਖਾਣ ਦੇ ਨਾਲ ਬੰਦੇ ਦੀ ਬੋਡੀ ਦੇ ਉੱਤੇ ਬੈਡ ਕਾਰਬੋਹਾਈਡਰੇਟਸ ਆਉਂਦੇ ਆ ਜਿਹਦੇ ਨਾਲ ਬੰਦੇ ਦੀ ਬੋਡੀ ਖਰਾਬ ਹੁੰਦੀ ਆ। ਹੁਣ ਜਦ ਬੰਦੇ ਦੀ ਬੋਡੀ ਖਰਾਬ ਹੋ ਗਈ, ਠੀਕ ਹੈ ਨਾ, ਬਿਮਾਰੀਆਂ ਲੱਗਣੀਆਂ ਅਤੇ ਐਂਡ ਦੇ ਵਿੱਚ ਬੰਦੇ ਨੇ ਮਰ ਜਾਣਾ ਵਾ। ਅਤੇ ਹਮੇਸ਼ਾ ਹੀ ਪ੍ਰੈਫਰ ਕਰੋ ਕਿ ਤੁਹਾਨੂੰ ਸਹੀ ਫੂਡ ਮਿਲੇ ਖਾਣ ਨੂੰ, ਠੀਕ ਆ, ਅਤੇ ਕਦੇ ਵੀ ਫਾਸਟ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਸੋ ਇਹ ਅੱਜ ਦਾ ਟੋਟਲੀ ਟੌਪਿਕ ਸੀ।